ਸਟੂਡੈਂਟਸ ਅੱਗੇ ਆਪਾਂ ਗੱਲ ਕਰਦੇ ਹਾਂ ਸਥਾਈ ਬੰਦੋਬਸਤ ਜਿਹੜਾ ਕਾਰਨਵਾਲਿਸ ਨੇ ਕੀਤਾ ਸੀ ਉਸ ਦੇ ਗੁਣ ਅਤੇ ਔਗਣ ਦੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਗੁਣ ਕਿ ਜਿਹੜਾ ਕਾਰਨਵਾਲਿਸ ਨੇ ਸੀ ਜਿਹੜਾ ਬੰਗਾਲ ਦੇ ਵਿੱਚ ਸਥਾਈ ਬੰਦੋਬਸਤ ਕੀਤਾ ਸੀ ਇਸ ਦੇ ਕੀ ਗੁਣ ਸੀਗੇ। ਫਸਟ ਹੈਗਾ ਸਰਕਾਰ ਨੂੰ ਮਾਲੀਏ ਤੋਂ ਨਿਸ਼ਚਿਤ ਆਮਦਨ ਦੀ ਪ੍ਰਾਪਤੀ। ਸਥਾਈ ਬੰਦੋਬਸਤ ਨਾਲ ਸੀ ਜਿਹੜਾ ਸਰਕਾਰ ਨੂੰ ਜਿਹੜੀ ਆਮਦਨ ਸੀ ਉਹ ਨਿਸ਼ਚਿਤ ਰੂਪ ਦੇ ਵਿੱਚ ਮਿਲਣ ਲੱਗੀ। ਹਾਲਾਤ ਚਾਹੇ ਕਿਵੇਂ ਦੇ ਵੀ ਹੋਣ, ਜ਼ਿਮੀਂਦਾਰਾਂ ਦੀ ਸਥਿਤੀ ਚਾਹੇ ਕਿਵੇਂ ਦੀ ਵੀ ਹੋਵੇ, ਚਾਹੇ ਉਹਨਾਂ ਦੀ ਫਸਲ ਖਰਾਬ ਹੋ ਜੇ, ਚਾਹੇ ਕੁਛ ਮਰਜ਼ੀ ਹੋ ਜੇ, ਜ਼ਿਮੀਂਦਾਰ ਨੂੰ ਜਿਹੜਾ ਸਰਕਾਰ ਨੂੰ ਮਾਲੀਆ ਜਿਹੜਾ ਪੱਕਾ ਨਿਸ਼ਚਿਤ ਹੀ ਦੇਣਾ ਪਊਗਾ। ਹਾਲਾਤ ਕਿਵੇਂ ਦੇ ਵੀ ਹੋਣ, ਜਿਹੜਾ ਉਹ ਰਕਮ ਹੈ ਉਹ ਦੇਣੀ ਹੀ ਪਊਗੀ। ਇਹਦੇ ਨਾਲ ਸਰਕਾਰ ਨੂੰ ਫਾਇਦਾ ਹੋ ਗਿਆ। ਦੂਸਰਾ ਹੈਗਾ ਸਰਕਾਰ ਫਾਲਤੂ ਮਿਹਨਤ ਤੇ ਸਿਰ ਖਪਾਈ ਤੋਂ ਬਚ ਗਈ। ਸਥਾਈ ਬੰਦੋਬਸਤ ਦੀ ਸਥਾਪਨਾ ਨਾਲ ਜਿਹੜਾ ਸਰਕਾਰ ਨੂੰ ਸਮੇਂ-ਸਮੇਂ ਤੇ ਜ਼ਮੀਨ ਦਾ ਜਿਹੜਾ ਹਿਸਾਬ ਲਾਉਣਾ ਪੈਂਦਾ ਸੀ, ਕਦੇ ਸਾਲ ਬਾਅਦ, ਕਦੇ ਕਿੰਨੇ ਸਾਲਾਂ ਬਾਅਦ। ਹੁਣ ਇਹ ਝੰਜਟ ਹੀ ਮੁੱਕ ਗਿਆ। ਇੱਕ ਵਾਰ ਜਿਹੜਾ ਸੀ ਸਾਰਾ ਸਿਸਟਮ ਤਿਆਰ ਕਰਤਾ ਤੇ ਉਹ ਸਾਰੀ ਉਮਰ ਦੇ ਲਈ ਉਹੀ ਰਹਿਣਾ ਸੀ, ਜਿਹਦੇ ਕਰਕੇ ਉਹ ਮਿਹਨਤ ਤੇ ਫਾਲਤੂ ਸਿਰ ਖਪਾਈ ਤੋਂ ਬਚ ਗਏ। ਅੱਗੇ ਹੈਗਾ ਜਨਤਾ ਦੀ ਭਲਾਈ ਦੇ ਕੰਮਾਂ ਵੱਲ ਵਧੇਰੇ ਧਿਆਨ। ਸਥਾਈ ਬੰਦੋਬਸਤ ਦੇ ਇੱਕ ਰਿਜ਼ਲਟ ਇਹ ਵੀ ਨਿਕਲਿਆ ਕਿ ਜਿਹੜੇ ਸਰਕਾਰੀ ਅਧਿਕਾਰੀ ਸੀਗੇ ਉਹ ਜਨਤਾ ਦੀ ਭਲਾਈ ਦੇ ਕੰਮਾਂ ਵੱਲ ਵਧੇਰੇ ਧਿਆਨ ਦੇਣ ਲੱਗੇ, ਕਿਉਂਕਿ ਪਹਿਲਾਂ ਧਿਆਨ ਤਾਂ ਨਹੀਂ ਦੇ ਸਕਦੇ ਸੀ ਕਿਉਂਕਿ ਜਿੰਨੇ ਵੀ ਜ਼ਿਲ੍ਹੇ ਦੇ ਅਧਿਕਾਰੀ ਹੁੰਦੇ ਸੀ ਉਹ ਭੂਮੀ ਕਰ ਸੰਬੰਧੀ ਕੰਮਾਂ ਵਿੱਚ ਹੀ ਲੱਗੇ ਰਹਿੰਦੇ ਸੀਗੇ। ਤੇ ਬਾਅਦ ਦੇ ਵਿੱਚ ਜਿਹੜਾ ਇਹ ਝੰਜਟ ਖਤਮ ਹੀ ਹੋ ਗਿਆ। ਇੱਕ ਵਾਰੀ ਸਾਰਾ ਜਿਹੜਾ ਸਿਸਟਮ ਸੀ ਲੀਹ ਤੇ ਲਿਆਤਾ ਤੇ ਉਦੋਂ ਬਾਅਦ ਜਿਹੜੇ ਅਧਿਕਾਰੀ ਸੀ ਉਹ ਫ੍ਰੀ ਹੋ ਗਏ ਤੇ ਫ੍ਰੀ ਉਹ ਜਨਤਾ ਦੀ ਭਲਾਈ ਦੇ ਕੰਮਾਂ ਵੱਲ ਉਹਨਾਂ ਦਾ ਧਿਆਨ ਹੋਇਆ। ਅੱਗੇ ਹੈਗਾ ਖੇਤੀਬਾੜੀ ਅਤੇ ਵਪਾਰ ਦਾ ਵਿਕਾਸ। ਸਥਾਈ ਜਿਹੜਾ ਬੰਦੋਬਸਤ ਦਾ ਇੱਕ ਵੱਡਾ ਲਾਭ ਇਹ ਵੀ ਹੋਇਆ ਕਿ ਖੇਤੀਬਾੜੀ ਦਾ ਬਹੁਤ ਵਿਕਾਸ ਹੋਇਆ, ਵਪਾਰ ਦਾ ਬਹੁਤ ਵਿਕਾਸ ਹੋਇਆ। ਕਿਉਂਕਿ ਖੇਤੀਬਾੜੀ ਦੇ ਵਿਕਾਸ ਦਾ ਕਾਰਨ ਇਹ ਸੀ ਕਿਉਂਕਿ ਜ਼ਿਮੀਂਦਾਰਾਂ ਨੇ ਹੁਣ ਆਪਣੀਆਂ ਜ਼ਮੀਨਾਂ ਨੂੰ ਬਹੁਤ ਉਤਸ਼ਾਹ ਨਾਲ ਸੀ ਜਿਹੜਾ ਬਹੁਤ ਖੁਸ਼ੀ ਨਾਲ ਸੀ ਜਿਹੜਾ ਸੁਧਾਰਨਾ ਸ਼ੁਰੂ ਕਰਤਾ ਸੀ, ਕਿਉਂਕਿ ਹੁਣ ਜ਼ਿਮੀਂਦਾਰਾਂ ਨੂੰ ਪਤਾ ਸੀ ਕਿ ਇਹ ਤਾਂ ਹੁਣ ਸਾਰੀ ਉਮਰ ਦੇ ਲਈ ਪੱਕਾ ਹੀ ਹੋ ਗਿਆ ਕਿ ਇਹ ਤਾਂ ਹੁਣ ਸਾਡੇ ਕੋਲ ਹੀ ਨੇ। ਇਸ ਕਰਕੇ ਉਹਨਾਂ ਨੇ ਅਸੀਂ ਜਿਹੜਾ ਸੁਧਾਰਨਾ ਸ਼ੁਰੂ ਕਰਤਾ ਸੀ। ਦੂਸਰਾ ਉਹਨਾਂ ਨੂੰ ਐਂ ਪਤਾ ਸੀ ਕਿ ਜਿਹੜਾ ਟੈਕਸ ਦੀ ਵੀ ਜਿਹੜੀ ਰਕਮ ਹੈ ਉਹ ਤਾਂ ਨਿਸ਼ਚਿਤ ਕੀਤੀ ਗਈ ਹੈਗੀ ਵੀ ਇੰਨੀ ਹੀ ਦੇਣੀ ਆ। ਜੇ ਅਸੀਂ ਆਪਣੀਆਂ ਜ਼ਮੀਨਾਂ ਨੂੰ ਜ਼ਿਆਦਾ ਸੁਧਾਰਾਂਗੇ, ਜ਼ਿਆਦਾ ਜਿਹੜੀਆਂ ਜ਼ਮੀਨਾਂ ਸੀ ਉਹਨਾਂ ਨੂੰ ਅਸੀਂ ਉਪਜਾਊ ਕਰਾਂਗੇ ਤਾਂ ਸਾਨੂੰ ਜ਼ਿਆਦਾ ਪੈਦਾਵਾਰ ਹੋਊਗੀ, ਤਾਂ ਸਾਨੂੰ ਜਿਹੜਾ ਜ਼ਿਆਦਾ ਲਾਭ ਹੋਊਗਾ। ਅੱਗੇ ਹੈਗਾ ਬੰਗਾਲ ਵਿੱਚ ਅਕਾਲਾਂ ਦੀ ਅਣਹੋਂਦ। ਬੰਗਾਲ ਦੇ ਵਿੱਚ ਸੀ ਜਿਹੜਾ ਪਹਿਲਾਂ ਭੁੱਖਮਰੀ ਦੀ ਸਥਿਤੀ ਆ ਜਾਂਦੀ ਸੀ, ਬਹੁਤ ਸਾਰਾ ਜਿਹੜਾ ਅਨਾਜ ਸੀ ਮੁੱਕ ਜਾਂਦਾ ਸੀ, ਅਕਾਲ ਪੈ ਜਾਂਦੇ ਸੀ। ਪਰ ਹੁਣ ਅਕਾਲ ਨਹੀਂ ਪੈਂਦੇ ਸੀ ਕਿਉਂਕਿ ਲੋਕਾਂ ਨੇ ਸੀ ਜਿਹੜਾ ਬਹੁਤ ਇੰਟਰਸਟ ਦੇ ਨਾਲ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਸੀਗੀ, ਕਿਉਂਕਿ ਹੁਣ ਲੋਕਾਂ ਨੂੰ ਪਤਾ ਸੀ ਵੀ ਲੋਕਾਂ ਦੇ ਵਿੱਚ ਇੱਕ ਲਾਲਚ ਜਿਹਾ ਪੈਦਾ ਹੋ ਗਿਆ ਸੀ ਵੀ ਅਸੀਂ ਹੋਰ ਵੱਧ ਫਸਲ ਲਈਏ, ਆਪਦੀ ਜ਼ਮੀਨ 'ਚੋਂ ਹੋਰ ਵੱਧ ਫਸਲ ਉਗਾਈਏ। ਕਿਉਂਕਿ ਪਹਿਲਾਂ ਉਹਨਾਂ ਨੂੰ ਇਹ ਇੰਟਰਸਟ ਤਾਂ ਨਹੀਂ ਸੀ। ਪਹਿਲਾਂ ਸੀ ਜਿਹੜਾ ਐਂ ਸੀ ਵੀ ਇਹ ਰੂਲ ਸੀਗਾ ਕਿ ਜਿੰਨੀ ਜਿਹੜੀ ਫਸਲ ਜ਼ਿਆਦਾ ਨਿਕਲੂਗੀ ਓਨਾ ਜ਼ਿਆਦਾ ਟੈਕਸ ਦੇਣਾ ਪਊਗਾ। ਪਹਿਲਾਂ ਇਹ ਉਹਨਾਂ ਨੂੰ ਡਰ ਰਹਿੰਦਾ ਸੀ, ਪਰ ਹੁਣ ਇਹ ਡਰ ਹੀ ਮੁੱਕ ਗਿਆ ਸੀ। ਟੈਕਸ ਦੀ ਜਿਹੜੀ ਰਕਮ ਸੀਗੀ ਉਹ ਜ਼ਿੰਦਗੀ ਭਰ ਦੇ ਲਈ ਜਿਹੜੀ ਸੀ ਇੱਕੋ ਰੱਖ ਦਿੱਤੀ ਗਈ ਸੀ ਕਿ ਜ਼ਿੰਦਗੀ ਭਰ ਇੰਨਾ ਹੀ ਦੇਣਾ, ਫਸਲ ਚਾਹੇ ਘੱਟ ਨਿਕਲੇ ਚਾਹੇ ਵੱਧ ਨਿਕਲੇ। ਜਿਸ ਕਰਕੇ ਸੀ ਜਿਹੜਾ ਲੋਕਾਂ ਦਾ ਇਸ ਚੀਜ਼ ਦੇ ਵਿੱਚ ਇੰਟਰਸਟ ਪੈਦਾ ਹੋ ਗਿਆ ਸੀ ਕਿ ਅਸੀਂ ਆਪਣੀ ਫਸਲ ਦੀ ਪੈਦਾਵਾਰ ਵਧਾਈਏ। ਇੱਥੋਂ ਤੱਕ ਕਿ ਉਹਨਾਂ ਨੇ ਜਿਹੜੀਆਂ ਬੰਜਰ ਜ਼ਮੀਨਾਂ ਸੀ ਉਹਨਾਂ ਨੂੰ ਵੀ ਸੁਧਾਰ ਕੇ ਸੀ ਜਿਹੜਾ ਉਪਜਾਊ ਬਣਾ ਲਿਆ ਸੀ, ਜਿਹਦੇ ਕਾਰਨ ਅਕਾਲਾਂ ਦੀ ਜਿਹੜੀ ਸਥਿਤੀ ਸੀ ਉਹ ਖਤਮ ਹੋ ਗਈ ਸੀ। ਅੱਗੇ ਹੈਗਾ ਬੰਗਾਲ ਵਿੱਚ ਸੱਭਿਆਚਾਰਕ ਪੁਨਰ ਜਾਗਰਣ। ਸਥਾਈ ਬੰਦੋਬਸਤ ਜਿਹੜਾ ਸਿੱਟੇ ਵਜੋਂ ਸੀ ਸੱਭਿਆਚਾਰ ਦਾ ਵੀ ਪੁਨਰ ਜਾਗਰਣ ਆਇਆ ਸੀ। ਲੋਕਾਂ ਦੇ ਵਿੱਚ ਸੱਭਿਆਚਾਰਕ ਸੀ ਜਿਹੜੀ ਕ੍ਰਾਂਤੀ ਆਈ ਸੀ। ਅੱਗੇ ਹੈਗੇ ਨੇ ਸਥਾਈ ਬੰਦੋਬਸਤ ਦੀਆਂ ਹਾਨੀਆਂ। ਇਹਦੀ ਪਹਿਲੀ ਹਾਨੀ ਹੈ ਕਿਸਾਨਾਂ ਦੀ ਤਰਸਯੋਗ ਹਾਲਤ। ਸਥਾਈ ਬੰਦੋਬਸਤ ਦਾ ਸਭ ਤੋਂ ਵੱਡਾ ਦੋਸ਼ ਇਹ ਸੀ ਕਿ ਕਿਸਾਨਾਂ ਦੀ ਜਿਹੜੀ ਹਾਲਤ, ਕਿਸਾਨ ਕਹਿ ਲਓ ਜਾਂ ਜਿਹੜੇ ਜ਼ਮੀਨ ਨੂੰ ਵਾਹੁਣ ਵਾਲੇ ਕਹਿ ਲਓ, ਉਹਨਾਂ ਦੀ ਸਥਿਤੀ ਸੀ ਜਿਹੜੀ ਵਿਗੜ ਗਈ ਸੀ ਕਿਉਂਕਿ ਸਰਕਾਰ ਨੇ ਜ਼ਿਮੀਂਦਾਰਾਂ ਨੂੰ ਤਾਂ ਜ਼ਮੀਨ ਦੇ ਮਾਲਕ ਬਣਾਤਾ ਸੀ, ਪਰੰਤੂ ਕਿਸਾਨਾਂ ਵੱਲ ਕੋਈ ਧਿਆਨ ਨਹੀਂ ਸੀ ਦਿੱਤਾ, ਜਿਹਦੇ ਵਜੋਂ ਜਿਹੜੇ ਜ਼ਿਮੀਂਦਾਰ ਸੀ ਉਹ ਕਿਸਾਨਾਂ 'ਤੇ ਬਹੁਤ ਅਤਿਆਚਾਰ ਕਰਦੇ ਸੀ ਅਤੇ ਜਿਹੜੇ ਕਿਸਾਨ ਸੀ ਉਹ ਬਹੁਤ ਦੁਖੀ ਸੀਗੇ। ਅਗਲਾ ਹੈਗਾ ਸਰਕਾਰ ਨੂੰ ਆਰਥਿਕ ਘਾਟਾ। ਸਥਾਈ ਬੰਦੋਬਸਤ ਨਾਲ ਸਰਕਾਰ ਨੂੰ ਆਰਥਿਕ ਘਾਟਾ ਪਿਆ ਕਿਉਂਕਿ ਉਪਜ ਵਿੱਚ ਵਾਧਾ ਹੋਣ 'ਤੇ ਵੀ ਜਿਹੜਾ ਉਹ ਟੈਕਸ ਨੂੰ ਹੁਣ ਵਧਾ ਨਹੀਂ ਸੀ ਸਕਦੇ
ਕਿੰਨੀ ਮਰਜ਼ੀ ਫਸਲ ਵੱਧ ਨਿਕਲਣ ਲੱਗ ਜਾਂਦੀ ਲੋਕਾਂ ਦੇ ਖੇਤਾਂ 'ਚ, ਪਰ ਟੈਕਸ ਨਹੀਂ ਸੀ ਉਹ ਵੱਧ ਲੈ ਸਕਦੇ, ਕਿਉਂਕਿ ਉਹ ਤਾਂ ਸਾਰੀ ਉਮਰ ਦੇ ਲਈ ਸਥਾਈ ਕਰ ਦਿੱਤਾ ਗਿਆ ਸੀ, ਪੱਕਾ ਕਰ ਦਿੱਤਾ ਗਿਆ ਸੀ। ਆਉਣ ਵਾਲੇ ਸਾਲਾਂ ਦੇ ਵਿੱਚ ਸੀ ਜਿਹੜਾ ਹਰ ਇੱਕ ਚੀਜ਼ ਮਹਿੰਗੀ ਹੁੰਦੀ ਗਈ, ਸਰਕਾਰ ਦੇ ਖਰਚੇ ਤਾਂ ਦਿਨੋਂ ਦਿਨ ਸੀ ਜਿਹੜੇ ਵੱਧਦੇ ਗਏ, ਪਰ ਭੂਮੀ ਤੋਂ ਜਿਹੜਾ ਟੈਕਸ ਸੀ ਉਹ ਓਨਾ ਹੀ ਸੀ ਜਿਹੜਾ ਪ੍ਰਾਪਤ ਹੋਣ ਲੱਗਿਆ। ਜੇ ਟੈਕਸ ਵੱਧਦਾ ਤਾਂ ਠੀਕ ਸੀ, ਵੀ ਚੀਜ਼ਾਂ ਦੇ ਭਾਅ ਵੀ ਚਲੋ ਜ਼ਿਆਦਾ ਹੋ ਗਏ, ਸਰਕਾਰ ਦਾ ਖਰਚ ਵੀ ਜ਼ਿਆਦਾ ਹੋ ਗਿਆ, ਉਸੇ ਤਰੀਕੇ ਨਾਲ ਸਰਕਾਰ ਟੈਕਸ ਵੀ ਜ਼ਿਆਦਾ ਲੈਣ ਲੱਗ ਗਈ, ਫਿਰ ਤਾਂ ਠੀਕ ਸੀਗਾ। ਖਰਚੇ ਤਾਂ ਦਿਨੋਂ ਦਿਨ ਵੱਧ ਰਹੇ ਸੀ, ਪਰ ਜਿਹੜੀ ਟੈਕਸ ਦੀ ਰਕਮ ਸੀ ਉਹ ਓਨੀ ਹੋ ਸੀ, ਜਿਹਦੇ ਕਾਰਨ ਵੀ ਜਿਹੜਾ ਸਰਕਾਰ ਨੂੰ ਆਰਥਿਕ ਘਾਟਾ ਪਿਆ। ਅਗਲਾ ਹੈਗਾ ਦੂਜੇ ਪ੍ਰਾਂਤਾਂ ਅਤੇ ਸ਼੍ਰੇਣੀਆਂ ਉੱਤੇ ਕਰਾਂ ਦਾ ਬੋਝ। ਜਦੋਂ ਸਥਾਈ ਬੰਦੋਬਸਤ ਕੀਤਾ ਸੀ ਤਾਂ ਉਸ ਦੇ ਜੋ ਨਿਯਮ ਬਣਾਏ ਸੀ, ਜੋ ਸ਼ਰਤਾਂ ਰੱਖੀਆਂ ਸੀ, ਉਸ ਦੇ ਅਨੁਸਾਰ ਜਿਹੜੀ ਸਰਕਾਰ ਹੈ ਉਹ ਜ਼ਿਮੀਂਦਾਰਾਂ ਤੋਂ ਸਿਰਫ ਇਹ ਭੂਮੀ ਟੈਕਸ ਹੀ ਲਊਗੀ, ਇਸ ਤੋਂ ਇਲਾਵਾ ਹੋਰ ਕੋਈ ਟੈਕਸ ਨਹੀਂ ਲਾਇਆ ਜਾਊਗਾ। ਇਹ ਜਿਹੜੀ ਸ਼ਰਤ ਸੀ ਇਹ ਮਨਜ਼ੂਰ ਕੀਤੀ ਗਈ ਸੀ। ਇਸ ਦੇ ਨਾਲ ਸਰਕਾਰ ਨੇ ਸੀ ਜਿਹੜੇ ਬਾਕੀ ਟੈਕਸ ਸੀ, ਹੁਣ ਉਹ ਜ਼ਿਮੀਂਦਾਰਾਂ ਦੇ ਤਾਂ ਲਾ ਨਹੀਂ ਸਕਦੀ ਸੀ, ਤਾਂ ਜਿਹੜੇ ਬਾਕੀ ਸ਼੍ਰੇਣੀਆਂ ਦੇ ਲੋਕ ਸੀ ਉਹਨਾਂ 'ਤੇ ਵੱਧੋ ਵੱਧ ਟੈਕਸ ਥੋਪੇ ਸਰਕਾਰ ਨੇ, ਜਿਹਦੇ ਨਾਲ ਸੀ ਜਿਹੜੀਆਂ ਬਾਕੀ ਸ਼੍ਰੇਣੀਆਂ ਦੇ ਲੋਕਾਂ ਉੱਤੇ ਕਰਾਂ ਦਾ ਬੋਝ ਪਿਆ। ਉਸ ਤੋਂ ਸ਼ੁਰੂ ਵਿੱਚ ਜ਼ਿਮੀਂਦਾਰਾਂ ਨੂੰ ਨੁਕਸਾਨ, ਸ਼ੁਰੂ ਦੇ ਵਿੱਚ ਜ਼ਿਮੀਂਦਾਰਾਂ ਨੂੰ ਬਹੁਤ ਨੁਕਸਾਨ ਉਠਾਉਣਾ ਪਿਆ, ਕਿਉਂਕਿ ਜਿਹੜੀ ਭੂਮੀ ਕਰ ਦੀ ਰਕਮ ਸੀ ਉਹ ਬਹੁਤ ਵੱਡੀ ਨਿਸ਼ਚਿਤ ਕਰ ਦਿੱਤੀ ਗਈ ਸੀ ਅਤੇ ਜ਼ਿਮੀਂਦਾਰਾਂ ਕੋਲ ਇੰਨੀ ਭਾਰੀ ਰਕਮ ਸਰਕਾਰ ਨੂੰ ਦੇ ਸਕਣ ਦੇ ਲਈ ਕੁਝ ਵੀ ਨਹੀਂ ਸੀਗਾ। ਅਗਲਾ ਹੈਗਾ ਜ਼ਿਮੀਂਦਾਰਾਂ ਦਾ ਆਲਸੀ ਤੇ ਵਿਲਾਸੀ ਹੋਣਾ। ਸਥਾਈ ਬੰਦੋਬਸਤ ਨੇ ਜ਼ਿਮੀਂਦਾਰਾਂ ਨੂੰ ਆਲਸੀ ਅਤੇ ਵਿਲਾਸ ਪਸੰਦ ਬਣਾ ਦਿੱਤਾ ਸੀ, ਕਿਉਂਕਿ ਸਰਕਾਰ ਨੂੰ ਇਹ ਆਸ ਸੀਗੀ ਕਿ ਜਿਹੜੇ ਜ਼ਿਮੀਂਦਾਰ ਨੇਗੇ, ਜੇ ਅਸੀਂ ਉਹਨਾਂ ਨੂੰ ਜ਼ਮੀਨ ਦੇ ਸਵਾਮੀ ਬਣਾ ਦਈਏ ਜ਼ਿੰਦਗੀ ਭਰ ਦੇ ਲਈ, ਤਾਂ ਉਹ ਜ਼ਮੀਨ ਨੂੰ ਦੇ ਵਿੱਚ ਸੁਧਾਰ ਕਰਨਗੇ ਅਤੇ ਖੇਤੀਬਾੜੀ ਨੂੰ ਵਧੀਆ ਬਣਾਉਣਗੇ। ਪਰੰਤੂ ਇਹ ਆਸ ਉਹਨਾਂ ਨੇ ਇਹ ਕੰਮ ਨਾ ਕੀਤਾ, ਸਗੋਂ ਜਦੋਂ ਜ਼ਿਮੀਂਦਾਰ ਸੀ ਜਿਹੜੇ ਧਨੀ ਹੋਣ ਲੱਗ ਗਏ ਤਾਂ ਸੀ ਜਿਹੜਾ ਉਹ ਬਹੁਤ ਆਰਾਮ ਪ੍ਰਸਤ ਹੋ ਗਏ ਤੇ ਐਸ਼ ਵਾਲਾ ਜੀਵਨ ਬਤੀਤ ਕਰਨ ਲੱਗ ਗਏ। ਉਸ ਤੋਂ ਬਾਅਦ ਹੈਗਾ ਧਨੀ ਜ਼ਿਮੀਂਦਾਰਾਂ ਅਤੇ ਗਰੀਬ ਕਿਸਾਨਾਂ ਦੀਆਂ ਦੋ ਸ਼੍ਰੇਣੀਆਂ। ਸਥਾਈ ਬੰਦੋਬਸਤ ਦੇ ਕਾਰਨ ਜਿਹੜੇ ਜ਼ਿਮੀਂਦਾਰ ਸੀ ਉਹ ਤਾਂ ਬਹੁਤ ਧਨੀ ਹੋ ਗਏ ਸੀ, ਬਹੁਤ ਪੈਸੇ ਵਾਲੇ ਹੋ ਗਏ ਸੀ, ਪਰ ਕਿਸਾਨ ਬਹੁਤ ਗਰੀਬ ਹੋ ਗਏ ਸੀਗੇ, ਜਿਹਦੇ ਕਾਰਨ ਇਹਨਾਂ ਦੀਆਂ ਅੱਡੋ ਅੱਡ ਦੋ ਜਿਹੜੀਆਂ ਸ਼੍ਰੇਣੀਆਂ ਸੀ ਬਣ ਗਈਆਂ ਸੀਗੀਆਂ। ਦਿਨੋਂ ਦਿਨ ਜਿਹੜਾ ਜ਼ਿਮੀਂਦਾਰ ਸੀ ਉਹ ਹੋਰ ਅਮੀਰ ਹੁੰਦਾ ਜਾ ਰਿਹਾ ਸੀ, ਜਿਹੜਾ ਕਿਸਾਨ ਸੀ ਉਹ ਹੋਰ ਗਰੀਬ ਹੁੰਦਾ ਜਾ ਰਿਹਾ ਸੀ। ਦੋਹਾਂ ਦੇ ਵਿੱਚ ਸੀ ਜਿਹੜੇ ਬਹੁਤ ਜ਼ਿਆਦਾ ਭੇਦਭਾਵ ਵੱਧ ਰਹੇ ਸੀ। ਇਸ ਦਾ ਇੱਕ ਹੋਰ ਵੀਕ ਪੁਆਇੰਟ ਸੀ ਉਹ ਸੀਗਾ ਸਥਾਈ ਬੰਦੋਬਸਤ ਦਾ ਦੂਜੇ ਪ੍ਰਾਂਤਾਂ ਵਿੱਚ ਲਾਗੂ ਨਾ ਕੀਤੇ ਜਾਣਾ। ਜਿਹੜਾ ਸਥਾਈ ਬੰਦੋਬਸਤ ਸੀਗਾ, ਜਿਵੇਂ ਆਪਾਂ ਪਿੱਛੇ ਵੀ ਗੱਲ ਕੀਤੀ ਸੀਗੀ, ਇਹ ਸਿਰਫ ਬੰਗਾਲ, ਬਿਹਾਰ ਅਤੇ ਉੜੀਸਾ ਵਿੱਚ ਹੀ ਲਾਗੂ ਕੀਤਾ ਗਿਆ ਸੀ, ਬਾਕੀ ਪ੍ਰਾਂਤਾਂ ਵਿੱਚ ਲਾਗੂ ਨਹੀਂ ਕੀਤਾ ਗਿਆ ਸੀ। ਇਹ ਵੀ ਇਸ ਦੀ ਕਹਾਣੀ ਸੀ, ਇਸ ਦਾ ਇੱਕ ਵੀਕ ਪੁਆਇੰਟ ਸੀਗਾ।